ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਆਉਂਦੇ 24 ਘੰਟਿਆਂ ਦੇ ਵਿੱਚ ਕਿਤੇ ਵੀ ਕਣੀਆਂ ਪੈਣ ਦੀ ਆਸ ਨਹੀਂ ਆ। ਕਿਸੇ ਵੀ ਥਾਂ ਤੋਂ ਭਵਿੱਖਬਾਣੀ ਇਹੋ ਜਿਹੀ ਨਹੀਂ ਕੀਤੀ ਗਈ ਕਿ ਪੰਜਾਬ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਕਣੀ ਆਵੇ, ਕਿਤੇ ਤੇਜ਼ ਹਵਾ ਚੱਲੇ, ਕੋਈ ਹਨੇਰੀ ਝੱਖੜ ਝੁੱਲੇ ਦੀ ਖਬਰ ਤਾਂ ਹੈ ਨਹੀਂ। ਪਰ ਪੰਜਾਬ ਦੇ ਵਿੱਚ ਧੁੰਦ ਲਗਾਤਾਰ ਸੰਘਣੀ ਹੁੰਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ ਇੱਕਦਮ ਠੰਡ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ, ਜਿਹਦੇ ਕਰਕੇ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਆ। ਦੋ ਪਹੀਆ ਵਾਹਨਾਂ ਵਾਲੇ, ਬਾਹਰ ਖੁੱਲ੍ਹੇ ਕੰਮਕਾਜ ਜਾਣ ਵਾਲੇ। ਸੋ ਇਸ ਕਰਕੇ ਇਹ ਜਿਹੜੀ ਠੰਡ ਆ ਲਗਾਤਾਰ ਜਦੋਂ ਵੱਧ ਰਹੀ ਹੈ ਤਾਂ ਸਿਹਤ ਦੇ ਉੱਤੇ ਕੋਈ ਮਾੜਾ ਪ੍ਰਭਾਵ ਨਾ ਪਵੇ, ਕੋਈ ਇਹਦੀ ਮਾਰ ਦੇ ਵਿੱਚ ਨਾ ਆ ਜਾਵੇ, ਇਹਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਠੰਡ ਹੋਰ ਵਧਣੀ ਹੈ ਤੇ ਪੰਜਾਬ ਦੇ ਵਿੱਚ ਰਾਤ ਦਾ ਪਾਰਾ ਜਿਹੜਾ ਉਹ ਲਗਾਤਾਰ ਹੋਰ ਡਿੱਗਦਾ ਜਾ ਰਿਹਾ। ਦਿਨ ਦੇ ਪਾਰੇ ਦੇ ਉੱਤੇ ਵੀ ਵੱਡਾ ਅਸਰ ਪਿਆ, ਕਿਉਂਕਿ ਜੇਕਰ ਸੂਰਜ ਦੀ ਟਿੱਕੀ ਨਾ ਨਿਕਲੂਗੀ ਵੀ ਕਈ ਘੰਟੇ ਤਾਂ ਫਿਰ ਠੰਡ ਵਧਣੀ ਹੋਰ ਕੁਦਰਤੀ ਵੀ ਹੁੰਦੀ ਹੈ ਤੇ ਵੱਧ ਵੀ ਰਹੀ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਇੱਕ ਬਹੁਤ ਵੱਡੇ ਝੂਠ ਦੇ ਫੜੇ ਜਾਣ ਨਾਲ ਸੰਬੰਧਿਤ। ਲਖੀਮਪੁਰ ਖੀਰੀ ਦਾ ਕਾਂਡ ਵਾਪਰਿਆ ਸੀ ਕੁਝ ਕੁ ਮਹੀਨੇ ਪਹਿਲਾਂ। ਜਿਸ ਤਰੀਕੇ ਦੇ ਨਾਲ ਵਾਪਰਿਆ, ਜਿਵੇਂ ਕਿ ਟਾਇਰਾਂ ਦੇ ਥੱਲੇ, ਥਾਰ ਗੱਡੀ ਦੇ ਟਾਇਰਾਂ ਦੇ ਥੱਲੇ ਦਰੜ ਕੇ ਕਿਸਾਨ ਆ ਜਿਹੜੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ ਸੀ। ਉਹਦੇ ਵਿੱਚ ਇੱਕ ਅਜੇ ਮਿਸ਼ਰਾ ਟੈਣੀ ਦਾ ਪੁੱਤ, ਯਾਨੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤ ਆ ਜਿਹੜਾ, ਉਹਦੇ ਉੱਤੇ ਵੀ ਕਈ ਧਾਰਾਵਾਂ ਤਹਿਤ ਪਰਚਾ ਦਰਜ ਹੋਇਆ। ਆਸ਼ੀਸ਼ ਮਿਸ਼ਰਾ ਦੇ ਉੱਤੇ ਤੇ ਕਈ ਹੋਰਨਾਂ ਦੇ ਉੱਤੇ ਵੀ। ਉਦੋਂ ਟੈਣੀ ਨੇ ਅਕਤੂਬਰ ਮਹੀਨੇ ਦੇ ਵਿੱਚ ਇਹ ਗੱਲ ਕਹੀ ਸੀ, ਵਾਰ-ਵਾਰ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਮੇਰਾ ਪੁੱਤ ਤਾਂ ਘਟਨਾ ਵਾਲੇ ਸਮੇਂ ਦੇ ਮੌਕੇ ਦੰਗਲ ਕਰਵਾ ਰਿਹਾ ਸੀ, ਉਹ ਤਾਂ ਇਸ ਘਟਨਾ ਵਾਲੇ ਸਥਾਨ ਦੇ ਉੱਤੇ ਮੌਜੂਦ ਹੀ ਨਹੀਂ ਸੀ। ਬਹੁਤ ਸਾਰੇ ਕਿਸਾਨ ਆਗੂਆਂ ਨੇ ਇਸ ਗੱਲ ਦੇ ਉੱਤੇ ਜ਼ੋਰ ਪਾਇਆ ਕਿ ਇਹ ਮੰਤਰੀ ਝੂਠ ਬੋਲ ਰਿਹਾ। ਜਦੋਂ ਥਾਰ ਗੱਡੀ ਦੇ ਵਿੱਚ ਦਿਸ ਰਿਹਾ, ਇਹਦੇ ਨਾਂ ਦੇ ਉੱਤੇ ਥਾਰ ਗੱਡੀ ਆ, ਰਜਿਸਟ੍ਰੇਸ਼ਨ ਇਹਦੇ ਨਾਂ ਦੇ ਉੱਤੇ ਆ, ਇਹ ਦੰਗਲ ਵਾਲੇ ਥਾਂ ਦੇ ਉੱਤੇ ਪਹਿਲਾਂ ਸੀ, ਪਰ ਉਸ ਵਕਤ ਇਹ ਇਸ ਥਾਂ ਦੇ ਉੱਤੇ ਸੀ ਜਿੱਥੇ ਕਿ ਕਾਂਡ ਵਾਪਰਿਆ, ਜਿੱਥੇ ਕਿ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਕਿਸਾਨ ਦਰੜ ਦਿੱਤੇ ਗਏ ਆ ਸਬਕ ਸਿਖਾਉਣ ਦੇ ਲਈ। ਪਰ ਉਦੋਂ ਪੈਰਾਂ ਦੇ ਉੱਤੇ ਕੇਂਦਰੀ ਰਾਜ ਮੰਤਰੀ ਨੇ ਪਾਣੀ ਨਹੀਂ ਪੈਣ ਦਿੱਤਾ, ਗ੍ਰਹਿ ਰਾਜ ਮੰਤਰੀ ਨੇ। ਪਰ ਹੁਣ ਇਸ ਮਾਮਲੇ ਦਾ ਝੂਠ ਸਾਰਾ ਫੜਿਆ ਗਿਆ, ਕਿਉਂਕਿ SIT ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਸਾਰਾ ਕੁਝ ਕੀਤਾ ਗਿਆ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਦੇ ਉੱਤੇ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾਵੇ। ਇਹ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਗਿਆ। ਹੁਣ ਦੇਖੋ ਇਹ ਕਿੰਨਾ ਵੱਡਾ ਮਸਲਾ, ਕਿੰਨੀ ਵੱਡੀ ਗੱਲ ਹੈ ਕਿ SIT ਦੇ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਇਸ ਗੱਲ ਦੀ ਆਦੇਸ਼ ਦਿੱਤੇ ਗਏ ਆ, ਇਸ ਗੱਲ ਦਾ ਹੁਕਮ ਦਿੱਤਾ ਗਿਆ ਵੀ ਧਾਰਾਵਾਂ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਦੀਆਂ ਧਾਰਾਵਾਂ ਦੇ ਵਿੱਚ ਵੀ ਵਾਧਾ ਕੀਤਾ ਜਾਵੇ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਵਾਰ-ਵਾਰ ਇਹ ਗੱਲ ਕਹਿੰਦੇ ਸੀ ਕਿ ਜੇਕਰ ਮੇਰਾ ਪੁੱਤ ਘਟਨਾ ਵਾਲੀ ਸਥਾਨ ਦੇ ਉੱਤੇ ਮੌਜੂਦ ਹੋਇਆ, ਇਹਦੇ ਬਾਬਤ ਜੇਕਰ ਕੋਈ ਸਬੂਤ ਮਿਲ ਗਿਆ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ। ਕੀ ਹੁਣ ਉਹ ਆਪਣੇ ਅਹੁਦੇ ਤੋਂ ਅਸਤੀਫਾ ਦਿਓ, ਜਾਂ ਹੁਣ ਇਹ ਗੱਲ ਕਹੂ ਕਿ ਇਨਵੈਸਟੀਗੇਸ਼ਨ ਟੀਮ ਆ ਜਿਹੜੀ ਇਹਨੇ ਪਾਰਦਰਸ਼ਤਾ ਨਹੀਂ ਵਰਤੀ, ਇਹਨੇ ਵੀ ਸਾਡੇ ਨਾਲ ਧੱਕਾ ਕੀਤਾ। ਇਹ ਕੋਈ ਸੰਯੁਕਤ ਕਿਸਾਨ ਮੋਰਚੇ ਦੀ ਬਣਾਈ ਹੋਈ SIT ਨਹੀਂ ਸੀ, ਇਹ ਬਣਾਈ ਸੀ ਸਰਕਾਰ ਦੀ। ਸਰਕਾਰ ਨੇ ਦਬਾਅ ਤਹਿਤ SIT ਬਣਾਈ ਸੀ, ਉਹ ਵੀ ਬਣਾ ਕੇ ਸ਼ਾਇਦ ਰਾਜ਼ੀ ਨਹੀਂ ਸੀ। ਪਰ ਜਿਸ ਤਰੀਕੇ ਦੇ ਨਾਲ ਹੁਣ ਸੱਚਾਈ ਸਾਹਮਣੇ ਆਈ ਹੈ, ਉਹਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਆ ਕਿ ਕਸੂਰ ਕੀ ਸੀ ਉਹਨਾਂ ਕਿਸਾਨਾਂ ਦਾ। ਭਾਵੇਂ ਕਿ ਹੁਣ ਕਿਸਾਨ ਅੰਦੋਲਨ ਸਮਾਪਤ ਹੋ ਗਿਆ, ਜਾਂ ਕਹਿ ਦਈਏ ਆਪਾਂ ਸਸਪੈਂਡ ਕਰ ਦਿੱਤਾ ਗਿਆ ਵਕਤੀ ਤੌਰ ਦੇ ਉੱਤੇ, ਆਰਜ਼ੀ ਤੌਰ ਦੇ ਉੱਤੇ। ਕੇਂਦਰ ਦੀ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਮੰਨਣ ਦੀ ਗੱਲ ਕੀਤੀ ਹੈ। ਉਹਨਾਂ ਨੇ ਕਈ ਗੱਲਾਂ ਦੇ ਲਈ ਲਿਖਤੀ ਤੌਰ ਦੇ ਉੱਤੇ ਪ੍ਰਸਤਾਵ ਦਿੱਤਾ। ਕਿਸਾਨ ਆਪੋ ਆਪਣੇ ਘਰੇ ਪਹੁੰਚ ਗਏ ਆ 380 ਦਿਨ ਦੇ ਸੰਘਰਸ਼ ਤੋਂ ਬਾਅਦ। ਪਰ ਇਹ ਮਾਮਲਾ ਲਗਾਤਾਰ ਨਾਸੂਰ ਬਣਦਾ, ਲਗਾਤਾਰ ਇਹ ਮਾਮਲਾ ਚੇਤੇ ਦੇ ਵਿੱਚ ਖੌਲਦਾ ਕਿ ਕਿਸ ਤਰੀਕੇ ਨਾਲ ਦਰੜੇ ਗਏ ਸੀ ਸਾਡੇ ਕਿਸਾਨ ਭੈਣਾਂ ਵੀਰ, ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਆ ਯੋਧੇ, ਜਿਹੜੇ ਕਿ ਇੱਕ ਪ੍ਰਦਰਸ਼ਨ ਕਰਨ ਦੇ ਲਈ ਜਾ ਰਹੇ ਸੀਗੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ, ਤੇ ਉਹਨਾਂ ਨੂੰ ਦਰੜ ਕੇ ਮਾਰ ਦਿੱਤਾ ਗਿਆ। ਜਿਵੇਂ ਫਿਲਮੀ ਦ੍ਰਿਸ਼ ਦੇ ਵਿੱਚ ਹੁੰਦਾ ਵੀ ਭਾਈ ਲੋਕਾਂ ਦੀ ਪਰਵਾਹ ਨਹੀਂ ਕਰਦੇਗੇ, ਉਸ ਤਰੀਕੇ ਦੇ ਨਾਲ ਹਕੀਕਤ ਦੇ ਵਿੱਚ ਇਹ ਸਾਰਾ ਕੁਝ ਹੋਇਆ ਵਾਪਰਿਆ। ਕਿਸੇ ਨੇ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੱਤਾ ਉਦੋਂ। ਮੈਨੂੰ ਅੱਜ ਉਹ ਸਾਰੇ ਸੀਨ, ਸਾਰੇ ਉਹ ਦ੍ਰਿਸ਼ ਚੇਤੇ ਆ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਕਿਸਾਨ ਮਾਰੇ ਗਏ ਤੇ ਇਸ ਮਾਮਲੇ ਦੇ ਉੱਤੇ ਕੀਤਾ ਕੀ ਗਿਆ, ਕੁਝ ਵੀ ਨਹੀਂ। ਤੇ ਹੁਣ ਜਦੋਂ SIT ਦੀ ਰਿਪੋਰਟ ਸਾਹਮਣੇ ਆ ਗਈ ਹੈ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਆਪਣੇ ਕਹੇ ਦੇ ਮੁਤਾਬਕ ਅਸਤੀਫਾ ਦੇਣਾ ਚਾਹੀਦਾ। ਕਿਸੇ ਹੋਰ ਨੇ ਕਹਿ ਤਾਂ ਆਪਾਂ ਚਲੋ ਨਹੀਂ ਮੰਨਦੇ, ਪਰ ਮਨੁੱਖ ਦੀ ਕੋਈ ਜ਼ੁਬਾਨ ਹੁੰਦੀ ਹੈ, ਇਨਸਾਨ ਦਾ ਕੋਈ ਇਖਲਾਕ ਹੁੰਦਾ। ਸੋ ਇਸ ਕਰਕੇ ਕੀ ਕੇਂਦਰੀ ਗ੍ਰਹਿ ਰਾਜ ਮੰਤਰੀ ਹੁਣ ਅਸਤੀਫਾ ਦਿਓ? ਕੀ BJP ਦੇ ਵੱਲੋਂ ਉਹਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਊ ਜਾਂ ਉਹਨੂੰ ਕੁਰਸੀ ਤੋਂ ਲਾਹਿਆ ਜਾਊ? ਇਹ ਬਹੁਤ ਵੱਡੇ ਸਵਾਲ ਖੜੇ ਹੋਏ ਆ। ਕਿਸਾਨ ਆਗੂਆਂ ਨੇ ਵੀ ਇਹ ਸਵਾਲ ਖੜੇ ਕੀਤੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੇ ਵਿੱਚ ਹੋਈ ਹਿੰਸਾ ਨੂੰ SIT ਨੇ ਸੋਚੀ ਸਮਝੀ ਸਾਜ਼ਿਸ਼ ਦੱਸਿਆ। SIT ਦੇ ਜਾਂਚ ਅਧਿਕਾਰੀ ਨੇ ਦੋਸ਼ੀਆਂ ਦੇ ਖਿਲਾਫ ਧਾਰਾਵਾਂ ਵਧਾਉਣ ਦੇ ਲਈ
ਕੋਰਟ ਦੇ ਵਿੱਚ ਅਰਜ਼ੀ ਦਿੱਤੀ ਹੈ। ਕੋਰਟ ਨੇ ਇਹ ਅਰਜ਼ੀ ਸਵੀਕਾਰ ਕਰ ਲਈ ਹੈ। ਇਸ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਆਸ਼ੀਸ਼ ਤੇ ਉਸ ਦੇ ਸਾਥੀਆਂ ਦੇ ਖਿਲਾਫ FIR ਦੇ ਵਿੱਚ ਹੱਤਿਆ ਦੀ ਕੋਸ਼ਿਸ਼ ਦਾ ਕੇਸ ਵੀ ਚੱਲੇਗਾ। ਕੋਰਟ ਦੇ ਆਦੇਸ਼ ਦੇ ਉੱਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ ਮੋਨੂ ਸਮੇਤ 14 ਦੋਸ਼ੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। SIT ਦੀ ਅਰਜ਼ੀ ਨੂੰ ਕੋਰਟ ਨੇ ਸਵੀਕਾਰ ਕਰਦੇ ਹੋਏ FIR ਦੇ ਵਿੱਚ ਧਾਰਾਵਾਂ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੋਨੂ ਦੇ ਪਿਤਾ ਅਜੇ ਮਿਸ਼ਰਾ ਨੂੰ ਜਿਉਂ ਹੀ ਬੇਟੇ ਦੇ ਉੱਤੇ ਵਧਾਈਆਂ ਜਾਣ ਵਾਲੀਆਂ ਧਾਰਾਵਾਂ ਦਾ ਪਤਾ ਲੱਗਿਆ, ਉਹ ਦੁਪਹਿਰੇ 12 ਵਜੇ ਦੇ ਕਰੀਬ ਜੇਲ੍ਹ ਪਹੁੰਚ ਗਏ। ਉਹਨਾਂ ਨੇ ਆਪਣੇ ਪੁੱਤ ਨੂੰ ਦਿਲਾਸਾ ਦਿੱਤਾ। ਇਸ ਦੌਰਾਨ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ। ਮੋਨੂ ਸਮੇਤ ਹਿੰਸਾ ਦੇ ਸਾਰੇ 14 ਦੋਸ਼ੀਆਂ ਨੂੰ CGM ਕੋਰਟ ਦੇ ਵਿੱਚ ਪੇਸ਼ ਹੋਣਾ ਸੀ ਅੱਜ, ਪਰ ਦੁਪਹਿਰ ਤੱਕ ਕੋਈ ਵੀ ਦੋਸ਼ੀ ਕੋਰਟ ਦੇ ਵਿੱਚ ਨਹੀਂ ਸੀ ਪਹੁੰਚਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਮੋਨੂ ਸਮੇਤ 14 ਜਣਿਆਂ ਦੇ ਖਿਲਾਫ ਧਾਰਾ 279 338 304 ਏ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਜਾਂਚ ਤੋਂ ਬਾਅਦ SIT ਨੇ ਇਹਨੂੰ ਸੋਚੀ ਸਮਝੀ ਸਾਜ਼ਿਸ਼ ਦੱਸਿਆ। ਹੁਣ ਜਾਂਚ ਏਜੰਸੀ ਨੇ ਧਾਰਾ 307 326 302 34 120B 147 148 149 ਤੇ ਕੁਝ ਹੋਰ ਧਾਰਾਵਾਂ ਦੇ ਤਹਿਤ ਪਰਚਾ ਅੱਗੇ ਵਧਾਉਣ ਦੀ ਆਦੇਸ਼ ਦਿੱਤੇ ਆ। ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਲਖੀਮਪੁਰ ਹਿੰਸਾ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਸੀ। ਅਕਤੂਬਰ ਤੋਂ ਲੈ ਕੇ ਹੁਣ ਤੱਕ 3 ਵਾਰ ਸੁਣਵਾਈ ਵੀ ਹੋ ਚੁੱਕੀ ਹੈ। ਸੁਪਰੀਮ ਕੋਰਟ ਨੇ SIT ਨੂੰ ਠੰਡੀ ਮੱਠੀ ਜਾਂਚ ਦੇ ਲਈ ਝਾੜ ਵੀ ਪਾਈ ਸੀ। ਹੁਣ ਕੋਰਟ ਦੇ ਵਿੱਚ SIT ਨੇ ਆਪਣੀ 45 ਰਿਪੋਰਟ ਦਾਖਲ ਕਰਨੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਸੋਚੀ ਸਮਝੀ ਸਾਜ਼ਿਸ਼ ਸੀ ਤੇ ਇਸ ਮਾਮਲੇ ਦੇ ਉੱਤੇ ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਆਪਣੇ ਹੀ ਬਿਆਨ ਦੇ ਉੱਤੇ ਘਿਰ ਗਏ ਨੇ। ਕੇਂਦਰੀ ਗ੍ਰਹਿ ਰਾਜ ਮੰਤਰੀ ਆਪਣੇ ਪੁੱਤ ਨੂੰ ਪਹਿਲੇ ਦਿਨ ਤੋਂ ਕਲੀਨ ਚਿੱਟ ਦੇ ਰਹੇ ਸਨ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜੇਕਰ ਉਹਨਾਂ ਦਾ ਬੇਟਾ ਘਟਨਾ ਵਾਲੀ ਸਥਾਨ ਦੇ ਉੱਤੇ ਸਾਬਤ ਹੋਇਆ ਤਾਂ ਉਹ ਅਸਤੀਫਾ ਦੇ ਦੇਣਗੇ। ਹੁਣ ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਪੱਖੀ ਹੈ ਤੇ ਇਸ ਮਾਮਲੇ ਦੇ ਉੱਤੇ BJP ਨੂੰ ਬਹੁਤ ਵੱਡੇ ਸਵਾਲਾਂ ਦੀ ਵਾਛੜ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਕਾਂਡ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ, ਇਹ ਆਉਣਾ ਸੁਭਾਵਿਕ ਵੀ ਸੀ, ਇਹ ਆਉਣਾ ਵੀ ਚਾਹੀਦਾ ਸੀ, ਕਿਉਂਕਿ ਸੱਚ ਹੀ ਇਹ ਸੀ। ਇਹ ਉਹ ਸੱਚ ਸੀ ਜਿਹੜਾ ਸਭ ਨੇ ਦੇਖਿਆ। ਚਸ਼ਮਦੀਦਾ ਨੇ ਵੀ ਇਹਦੇ ਬਾਬਤ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਤੁਹਾਡੀ ਜਾਣਕਾਰੀ 'ਚ ਵਾਅਦਾ ਕਰ ਦਈਏ, ਇਹਨਾਂ ਨੇ ਕਿਹਾ ਸੀ ਕਿ ਗੋਲੀਆਂ ਵੀ ਉੱਥੇ ਨਹੀਂ ਚਲਾਈਆਂ ਗਈਆਂ, ਅਸੀਂ ਨਹੀਂ ਗੋਲੀਆਂ ਚਲਾਈਆਂ, ਇਹ ਉਹਨਾਂ ਨੇ ਆਪ ਹੀ ਗੋਲੀਆਂ ਚਲਾ ਲਈਆਂ। ਪਰ ਬਾਅਦ ਦੇ ਵਿੱਚ ਇਸ ਗੱਲ ਦਾ ਵੀ ਪਤਾ ਲੱਗਾ ਕਿ ਜਿਹੜੀਆਂ ਗੋਲੀਆਂ ਚੱਲੀਆਂ ਉਸ ਥਾਂ ਦੇ ਉੱਤੇ ਉਹ ਵੀ ਇਹਨਾਂ ਲੋਕਾਂ ਦੇ ਹਥਿਆਰਾਂ ਦੇ ਨਾਲ ਹੀ ਚੱਲੀਆਂ, ਇਹਨਾਂ ਦੇ ਲਾਇਸੈਂਸੀ ਹਥਿਆਰਾਂ ਦੇ ਨਾਲ ਹੀ ਗੋਲੀਆਂ ਚੱਲੀਆਂ। ਮਤਲਬ ਇਹ ਹੈ ਕਿ ਇਹ ਇੱਕ ਬਹੁਤ ਵੱਡੀ ਚਾਲ ਸੀ, ਇਹ ਇੱਕ ਬਹੁਤ ਵੱਡਾ ਛੜਯੰਤਰ ਸੀ ਕਿਸਾਨਾਂ ਨੂੰ ਡਰਾਉਣ ਦਾ, ਕਿਸਾਨਾਂ ਨੂੰ ਧਮਕਾਉਣ ਦਾ, ਕਿਸਾਨਾਂ ਨੂੰ ਆਪਣੇ ਬਾਹੂਬਲ ਦੇ ਜ਼ੋਰ ਦੇ ਉੱਤੇ, ਆਪਣੀ ਗੁੰਡਾਗਰਦੀ ਦੇ ਜ਼ੋਰ ਦੇ ਉੱਤੇ ਉੱਥੋਂ ਖਦੇੜਨ ਦਾ, ਵੀ ਕਿਸਾਨਾਂ ਦੇ ਮਨਾਂ ਦੇ ਵਿੱਚ ਇੱਕ ਸਹਿਮ ਪੈਦਾ ਕਰ ਦਿੱਤਾ ਜਾਵੇ ਵੀ ਜੇਕਰ ਅਸੀਂ BJP ਦੇ ਖਿਲਾਫ ਜਾਂ ਜੇਕਰ ਅਸੀਂ ਸੱਤਾਧਾਰੀ ਧਿਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ, ਕਿਸੇ ਨੂੰ ਘਿਰਾਓ ਕਰਾਂਗੇ, ਕਿਸੇ ਨੂੰ ਘੇਰਾ ਪਾਵਾਂਗੇ, ਕਿਸੇ ਨੂੰ ਸਵਾਲ ਕਰਾਂਗੇ ਤਾਂ ਟਾਇਰਾਂ ਦੇ ਥੱਲੇ ਦੇ ਦੇ ਕੇ ਇਵੇਂ ਹੀ ਧੂ ਧੂ ਕੇ ਮਾਰ ਦਿੱਤੇ ਜਾਓਗੇ। ਪਰ ਕਿਸਾਨ ਡਟੇ ਰਹੇ, ਕਿਸਾਨ ਪਿੱਛੇ ਨਹੀਂ ਹਟੇ। ਉਹ ਤਾਂ ਜਿੱਤ ਕੇ ਮੋਰਚਾ ਆਪੋ ਆਪਣੇ ਘਰਾਂ ਨੂੰ ਆਏ ਆ। ਅੱਜ ਵੀ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਸਰਗਰਮੀਆਂ ਵਿੱਢੀਆਂ ਹੋਈਆਂ, ਪਰ ਇਸ ਮਾਮਲੇ ਦਾ ਨੰਗਾ ਹੋਣਾ ਬਹੁਤ ਜ਼ਰੂਰੀ ਸੀ। ਹੁਣ SIT ਦੇ ਮਾਮਲੇ ਦੇ ਉੱਤੇ ਕੋਈ ਸਵਾਲ ਵੀ ਨਹੀਂ ਕਰ ਸਕਦਾ। ਜੇ ਤਾਂ ਇਹ SIT ਬਣਾਈ ਹੋਵੇ ਕਿਸੇ ਵਿਰੋਧੀ ਪਾਰਟੀ ਨੇ, ਜੇ ਇਹ SIT ਬਣਾਈ ਹੋਵੇ ਸੰਯੁਕਤ ਕਿਸਾਨ ਮੋਰਚੇ ਨੇ, ਫਿਰ ਤਾਂ ਇਹ ਗੱਲ ਹੁਣ ਤੱਕ ਸਾਹਮਣੇ ਆ ਜਾਂਦੀ ਕਿ ਇਹ ਤਾਂ ਬਿਲकुल ਝੂਠ है, ये तो सच के करीब भी नहीं है, ये तो ऐसे है, ये तो वैसे है। पर ये सरकार ने वालों ही तैयार की गई सारी जी SIT सी ਉਹਦੀ ਰਿਪੋर्ट है, ਇਹ ਉਹਦੀ 45 ਰਿਪੋर्ट है, ਉਹਦੇ ਵੱਲੋਂ ਹੀ ਇਹ ਗੱਲ ਕਹੀ ਗਈ ਹੈ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲਖੀਮਪੁਰ ਖੀਰੀ ਕਾਂਡ ਨੂੰ ਅੰਜਾਮ ਦਿੱਤਾ ਗਿਆ। ਇਸ ਕਰਕੇ ਆ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾਵੇ। ਇਹ ਕੋਈ ਕੁਦਰਤੀ ਤੌਰ ਦੇ ਉੱਤੇ ਨਹੀਂ ਹੋ ਗਿਆ ਵੀ ਭਾਈ ਇਧਰਲੇ ਪਾਸੇ ਨੂੰ ਮੂੰਹ ਸੀ ਡਰਾਈਵਰ ਦਾ ਤੇ ਇਹ ਅਚਾਨਕ ਗੱਡੀ ਚੜ੍ਹ ਗਈ। ਉਹ ਹੂਟਰ ਮਾਰਦੀਆਂ ਗੱਡੀਆਂ ਵਾਲੇ ਇਹ ਡਰਦੇ ਆ, ਜਾਣ ਕੇ ਜਾਣ ਬੁੱਝ ਕੇ ਇਹਨਾਂ ਨੇ ਸਾਰੀ ਕਰਤੂਤ ਕੀਤੀ ਹੈ। ਸੋ ਇੱਥੋਂ ਬੰਦੇ ਦੀ ਮਾਨਸਿਕਤਾ ਦਾ ਪਤਾ ਜ਼ਰੂਰ ਲੱਗ ਜਾਂਦਾ, ਜ਼ਿਹਨੀਅਤ ਦਾ ਪਤਾ ਜ਼ਰੂਰ ਲੱਗ ਜਾਂਦਾ ਵੀ ਕਿੰਨੇ ਖੂੰਖਾਰ, ਕਿੰਨੇ ਵਿਗੜੈਲ ਲੋਕ ਆ, ਇਹਨਾਂ ਦਾ ਕਿਸਾਨ ਦੇ ਨਾਲ ਕਿੰਨਾ ਕੁ ਪਿਆਰ ਆ। ਇਹ ਆਮ ਲੋਕਾਂ ਨੂੰ ਕਿਵੇਂ ਕੀੜੇ ਮਕੌੜੇ ਸਮਝਦੇ ਆ। ਇਸ ਤੋਂ ਪਹਿਲਾਂ ਵੀ ਕਈ ਵਾਰ ਕਈ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਇਹੋ ਜਿਹੀਆਂ ਉਦਾਹਰਨਾਂ ਸਾਹਮਣੇ ਆਉਂਦੀਆਂ, ਪਰ ਇਸ ਗੱਲ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜ਼ੋਰ ਫੜਿਆ ਸੀ। ਇਹ ਮਾਮਲਾ ਬਹੁਤ ਵੱਡੇ ਪੱਧਰ ਤੇ ਉੱਭਰਿਆ ਸੀ ਕਿਉਂਕਿ ਮਨੁੱਖ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ। ਜਦੋਂ ਹੱਕ ਤੇ ਸੱਚ ਦੀ ਲੜਾਈ ਲੜ ਰਹੇ ਲੋਕਾਂ ਨੂੰ ਇਵੇਂ ਦੜ ਕੇ ਮਾਰਿਆ ਜਾਵੇ, ਉਦੋਂ ਇਸ ਮੁੱਦੇ ਦਾ ਉੱਠਣਾ ਤੇ ਇਸ ਮੁੱਦੇ ਦਾ ਉਛਲਣਾ ਕੁਦਰਤੀ ਸੀ। ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਗੱਲ ਕਹੀ ਹੈ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਆਪਣੇ ਕਹੇ ਮੁਤਾਬਕ ਅਸਤੀਫਾ ਵੀ ਦੇਵੇ, ਇਹਦੇ ਪੁੱਤ ਦੇ ਖਿਲਾਫ ਤੇ ਬਾਕੀ 13-14 ਜਣਿਆਂ ਦੇ ਖਿਲਾਫ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ। ਕਿਸੇ ਕਿਸਮ ਦੀ ਢਿੱਲ ਮੱਠ ਇਹਦੇ ਵਿੱਚ ਨਹੀਂ ਵਰਤਣੀ ਚਾਹੀਦੀ।
ਪੰਜਾਬ ਦੇ ਵਿੱਚ ਸਿਆਸੀ ਮਾਹੌਲ ਇੰਨਾ ਗਰਮ ਹੋ ਚੁੱਕਿਆ ਵੀ ਪੁੱਛੋ ਕੁਝ ਨਾ। ਹਰ ਰੋਜ਼ ਕੋਈ ਨਾ ਕੋਈ ਨਵੀਂ ਖਬਰ ਉਬਾਲਾ ਮਾਰਦੀ ਹੈ, ਭਾਵੇਂ ਉਹ ਆਥਣ ਤੱਕ ਠੰਡੀ ਹੋ ਕੇ ਤੇ ਨਵੀਂ ਖਬਰ ਉਬਾਲਾ ਮਾਰ ਜੇ। ਪਰ ਇਉਂ ਲੱਗਦਾ ਵੀ ਹੁਣ ਪੰਜਾਬ ਦੇ ਵਿੱਚ ਰਾਜਨੀਤੀ, ਚੋਣਾਂ, ਕੁਰਸੀ, ਟਿਕਟਾਂ, ਵੰਡ, ਆਹ ਕੀ ਬਣੂ, ਉਹ ਕੀ ਬਣੂ, ਸਿਰਫ ਇਹ ਵਿਸ਼ੇ ਰਹਿ ਗਏ ਆ। ਪੰਜਾਬ ਦੇ ਅਸਲ ਮੁੱਦੇ ਕਿੱਧਰ ਗਏ, ਹੁਣ ਸਵਾਲ ਇਹ ਪੈਦਾ ਹੁੰਦਾ। ਪੰਜਾਬ ਦੇ ਕਿੰਨੇ ਕੁ ਲੋਕ ਇਹੋ ਜਿਹੇ ਆ ਜਿਹੜੇ ਇਸ ਗੱਲ ਦਾ ਫਿਕਰ ਕਰ ਰਹੇ ਆ ਵੀ ਸਾਡੇ ਜਿਹੜੇ ਅਧੂਰੇ ਪਏ ਮਸਲੇ ਆ ਉਹ ਹੱਲ ਕਦੋਂ ਹੋਣਗੇ, ਪੰਜਾਬ ਦੀਆਂ ਅਸਲ ਜਿਹੜੀਆਂ ਮੁਸ਼ਕਲਾਂ ਉਹ ਕਦੋਂ ਹੱਲ ਹੋਣਗੀਆਂ। ਜੋ ਅਸੀਂ ਦਹਾਕਿਆਂ ਬੱਧੀ ਸਮੱਸਿਆਵਾਂ ਦੇ ਨਾਲ ਮੱਥਾ ਲਾਈ ਬੈਠੇ ਆ, ਉਹਨਾਂ ਸਮੱਸਿਆਵਾਂ ਦਾ ਹੱਲ ਕਦੋਂ ਨਿਕਲੂਗਾ। ਇਸ ਰੰਗ ਦੇ ਵਿੱਚ ਰੰਗੇ ਪਏ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬੰਦੇ ਪੱਟ ਕੇ ਲਿਆਉਣ ਦੇ ਵਿੱਚ ਕਾਮਯਾਬ ਹੋਣਗੇ? ਕੀ ਆਮ ਆਦਮੀ ਪਾਰਟੀ ਬਲਵੀਰ ਸਿੰਘ ਰਾਜੇਵਾਲ ਨੂੰ ਹੀ ਮੁੱਖ ਮੰਤਰੀ ਬਣਾਊ? ਕੀ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਕੋਈ ਚਮਤਕਾਰ ਪੇਸ਼ ਕਰ ਸਕੂ? ਕੀ ਕਾਂਗਰਸ ਦੀ ਸਰਕਾਰ ਦੁਬਾਰਾ ਬਣ ਸਕੂ? ਕੀ ਸਿੱਧੂ ਚੰਨੀ ਨੂੰ ਠਿੱਬੀ ਲਾਊ ਜਾਂ ਚੰਨੀ ਸਿੱਧੂ ਨੂੰ ਠਿੱਬੀ ਲਾਉਣ ਦੇ ਵਿੱਚ ਕਾਮਯਾਬ ਹੋ ਜਾਊ? ਇਹਨਾਂ ਗੱਲਾਂ ਦੇ ਵਿੱਚ ਅਸੀਂ ਇਸ ਕਦਰ ਗ੍ਰਸਤ ਹੋ ਚੁੱਕੇ ਹਾਂ ਵੀ ਅਸਲ ਮੁੱਦਿਆਂ ਤੋਂ ਸਾਡਾ ਧਿਆਨ ਲਾਂਭੇ ਹੋ ਗਿਆ। ਤੇ ਇਹ ਹੋਣਾ ਨਹੀਂ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਸਾਰੇ ਲੋਕ ਇੱਕੋ ਜਿਹੇ ਆ, ਪਰ ਸਾਨੂੰ ਇਹੋ ਜਿਹਾ ਹੀ ਰਾਜਨੀਤਿਕ ਫਿਜ਼ਾ ਦੇ ਵਿੱਚ ਸੁਣਨ ਨੂੰ, ਦੇਖਣ ਨੂੰ, ਵਿਚਾਰਨ ਨੂੰ ਤਾਂ ਨਹੀਂ ਮੈਂ ਕਹਿ ਸਕਦਾ, ਵਿਚਾਰਨਾ ਤਾਂ ਸਾਨੂੰ ਬਹੁਤ ਕੁਝ ਚਾਹੀਦਾ, ਪਰ ਦੇਖਣ ਤੇ ਸੁਣਨ ਨੂੰ ਇਹੀ ਕੁਝ ਲੱਭ ਰਿਹਾ। ਕਿਸੇ ਵੀ ਪਾਸੇ ਵੱਲ ਨਿਗਾਹ ਮਾਰ ਕੇ ਇਕੱਲੇ ਬੋਰਡ ਨਜ਼ਰ ਪੈਂਦੇ ਆ, ਆਹ ਵੀ ਕੰਮ ਕੀਤਾ, ਆਹ ਵੀ ਐਲਾਨ ਕਰਦੇ ਆ, ਉਹ ਵੀ ਗੱਲ ਕਰਦੇ ਆ। ਕਿਸੇ ਰੈਲੀ ਦੇ ਵਿੱਚ ਚਲੇ ਜਾਗੇ, ਉੱਥੇ ਵੀ ਵੱਡੇ ਵੱਡੇ ਐਲਾਨ। ਕੇਜਰੀਵਾਲ ਸਾਹਿਬ ਫਿਰ ਪੰਜਾਬ ਦੇ ਵਿੱਚ ਆ ਰਹੇ ਆ, ਉਹ ਵੀ ਸ਼ਾਇਦ ਕੋਈ ਗਰੰਟੀ ਦੇ ਜਾਣ। ਪੰਜਾਬ ਕਿਵੇਂ ਸਰਵਾਈਵ ਕਰੂ, ਪੰਜਾਬ ਕਿਵੇਂ ਤਰੱਕੀ ਕਰੂ? ਪੰਜਾਬ ਦੇ ਲਈ ਤਰੱਕੀ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਆ? ਕੀ ਅਸੀਂ ਕਰਜ਼ਾ ਚੱਕ ਚੱਕ ਕੇ ਸੂਬੇ ਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਖੜੀ ਹੋਵੇ, ਬਹੁਤ ਵੱਡੀ ਪੰਡ ਹੋਵੇ, ਜਿਹੜੀ ਲੈਣ ਦੀ ਗੱਲ ਤਾਂ ਦੂਰ ਆ, ਉਹਨੂੰ ਮਾੜਾ ਮੋਟਾ ਹੌਲਾ ਕਰਨ ਦੀ ਵੀ ਕੋਸ਼ਿਸ਼ ਨਾ ਕੀਤੀ ਜਾਵੇ। ਤੇ ਗੱਲ ਅਸੀਂ ਇਹ ਕਹੀਏ ਇਹਨੂੰ ਇੰਨੇ 1000 ਰੁਪਇਆ ਦੇ ਦਿਆਂਗੇ, ਇਹਨੂੰ ਇੰਨਾ ਕੁਛ ਦੇ ਦਿਆਂਗੇ, ਇਹਨੂੰ ਇੰਨਾ ਕੁਛ ਦੇ ਦਿਆਂਗੇ। ਮੰਗਤਾ ਬਣਾ ਕੇ ਰੱਖ ਦਿੱਤਾ ਗਿਆ ਪੰਜਾਬ। ਤੇ ਹਾਲੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ, ਅਣਖੀਆਂ ਨੂੰ, ਗੈਰਤਮੰਦਾਂ ਨੂੰ ਪੈਰਾਂ ਸਿਰ ਖੜੇ ਕਰਨ ਦੇ ਲਈ ਦਿਨ ਰਾਤ ਇੱਕ ਕਰ ਰਹੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸੂਝਵਾਨ ਲੋਕ ਜਿਹੜੇ ਕਿ ਸਿਰ ਤੋਂ ਕੰਮ ਲੈਣ ਵਾਲੇ ਆ, ਉਹ ਕਦੋਂ ਬਾਹਰ ਆਉਣਗੇ? ਕੱਲ੍ਹ ਆਏ ਆ, ਮੈਨੂੰ ਨਿੱਜੀ ਤੌਰ 'ਤੇ ਗੱਲ ਚੰਗੀ ਲੱਗੀ ਆ। ਨਤੀਜਾ ਭਾਵੇਂ ਬਹੁਤ ਵਧੀਆ ਨਿਕਲੇ, ਭਾਵੇਂ ਨਾ ਨਿਕਲੇ, ਪਰ ਜੂਝਦਾ ਪੰਜਾਬ ਨਾਂ ਦੀ ਇੱਕ ਜਥੇਬੰਦੀ ਬਣੀ ਆ। ਉਸ ਜਥੇਬੰਦੀ ਨੇ ਆਪਣਾ ਏਜੰਡਾ ਜਾਰੀ ਕੀਤਾ। ਇਹ ਗੱਲ ਕਹੀ ਆ ਵੀ ਜਿਹੜੀ ਵੀ ਸਿਆਸੀ ਪਾਰਟੀ, ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਨਹੀਂ ਲੜਦੀਆਂ। ਨਾ ਬੱਬੂ ਮਾਨ ਨੇ ਉਮੀਦਵਾਰ ਬਣਨਾ, ਨਾ ਉੱਥੇ ਰਣਜੀਤ ਬਾਵੇ ਨੇ ਬਣਨਾ, ਨਾ ਗੁਲਪਨਾਗ ਨੇ ਬਣਨਾ, ਨਾ ਅਮਿਤੋਜ ਮਾਨ ਨੇ ਬਣਨਾ, ਨਾ ਡਾਕਟਰ ਸ਼ਿਆਮ ਸੁੰਦਰ ਦੀਪਤੀ ਹੋਰਾਂ ਨੇ ਬਣਨਾ, ਨਾ ਹੀ ਹਮੀਰ ਸਿੰਘ ਹੋਰਾਂ ਨੇ ਬਣਨਾ। ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿਰ ਜੋੜ ਕੇ ਵਿਚਾਰ ਤਾਂ ਅਸੀਂ ਕਰ ਸਕਦੇ ਹਾਂ। ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਵਿੱਚ ਸਰਗਰਮ ਆ, ਉਹਨਾਂ ਨੂੰ ਅਸੀਂ ਇਹ ਗੱਲ ਕਹਾਂਗੇ ਕਿ ਤੁਹਾਡਾ ਅਸੀਂ ਸਾਥ ਦਿੰਦੇ ਹਾਂ, ਪਰ ਇਸ ਏਜੰਡੇ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ। ਤੇ ਇਸ ਏਜੰਡੇ ਨੂੰ ਲਾਗੂ ਕਰਨ ਦੇ ਲਈ ਸਾਡੇ ਨਾਲ ਵਾਅਦਾ ਕੀਤਾ ਜਾਵੇ। ਲਿਖਤੀ ਤੌਰ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਹਲਫੀਆ ਬਿਆਨ ਦੇ ਤੌਰ ਦੇ ਉੱਤੇ, ਵੀ ਜੇਕਰ ਅਸੀਂ ਪੰਜਾਬ ਦੇ ਪੌਣ ਪਾਣੀ ਬਾਰੇ, ਪੰਜਾਬ ਦੇ ਜਿਹੜੇ ਵਿਗੜੇ ਹੋਏ ਮਸਲੇ ਉਹਨਾਂ ਨੂੰ ਹੱਲ ਕਰਨ ਬਾਰੇ, ਪੰਜਾਬ ਦੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਦੇ ਬਾਰੇ, ਸਿਹਤ ਤੇ ਸਿੱਖਿਆ ਦੇ ਮਾਮਲੇ ਦੇ ਉੱਤੇ, ਬਾਕੀ ਸਾਰੇ ਮਸਲਿਆਂ ਦੇ ਉੱਤੇ ਵਾਅਦਾ ਕਰਦੇ ਹਾਂ ਕਿ ਅਸੀਂ ਜਿੱਤਣ ਤੋਂ 1 ਸਾਲ ਅੰਦਰ, 2 ਸਾਲ ਅੰਦਰ ਅਸੀਂ ਇਹ ਸਾਰੇ ਮਸਲੇ ਹੱਲ ਕਰਾਂਗੇ। ਫਿਰ ਤਾਂ ਅਸੀਂ ਤੁਹਾਡੇ ਨਾਲ ਤੁਰਦੇ ਹਾਂ, ਤੇ ਜੇਕਰ ਨਹੀਂ ਤਾਂ ਫਿਰ ਅਸੀਂ ਤੁਹਾਡੇ ਖਿਲਾਫ ਤੁਰਦੇ ਹਾਂ। ਕਿਉਂਕਿ ਤੁਸੀਂ ਜਦੋਂ ਕਰਨਾ ਹੀ ਕੁਝ ਨਹੀਂ, ਜਦੋਂ ਤੁਹਾਡਾ ਆਪਣਾ ਵਿਜ਼ਨ ਆ ਵੀ ਪੌਣੇ 5 ਸਾਲ ਕਰਨਾ ਕੁਝ ਨਹੀਂ, ਬਾਅਦ ਦੇ ਵਿੱਚ ਦਗੜ ਦਗੜ ਕਰਕੇ ਉਹਦੇ ਘਰ 'ਚ ਵੜ ਗਏ, ਉਹਦੇ ਘਰ 'ਚ ਵੜ ਗਏ, ਉਹਦੀ ਮੰਜੀ 'ਤੇ ਬਹਿ ਕੇ ਰੋਟੀ ਖਾ ਲਈ, ਉਹਦੀ ਪੱਤਲ ਦੇ ਵਿੱਚ ਰੋਟੀ ਖਾ ਲਈ, ਇਉਂ ਥੋੜ੍ਹੀ ਹੁੰਦਾ। ਪੰਜਾਬ ਦੇ ਮਸਲੇ ਹੋਰ ਆ। ਇਹ ਨਹੀਂ ਵੀ ਭਾਈ ਮੈਂ ਗਰੀਬਾਂ ਦਾ, ਮੈਂ ਅਮੀਰਾਂ ਦਾ, ਮੈਂ ਜੱਟਾਂ ਦਾ, ਮੈਂ ਦਲਿਤ ਭਾਈਚਾਰੇ ਦਾ, ਮੈਂ ਹਿੰਦੂਆਂ ਦਾ। ਇਹ ਮਸਲੇ ਪੰਜਾਬ ਦੇ ਨਹੀਂ ਸੀ ਜਿਹੜੇ ਕਿ ਖੜੇ ਕਰ ਦਿੱਤੇ ਗਏ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਸਾਥੀਆਂ ਦੇ ਸਮੇਤ ਜੂਝਦਾ ਪੰਜਾਬ ਨਾਂ ਦੀ ਜਥੇਬੰਦੀ ਦਾ ਐਲਾਨ ਕੀਤਾ ਤੇ ਲੰਘੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਇਸ ਜਥੇਬੰਦੀ ਦੇ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਇਸ ਜੂਝਦਾ ਪੰਜਾਬ ਜਥੇਬੰਦੀ ਦੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਇੱਕ ਲੰਮੀ ਪੋਸਟ ਵੀ ਲਿਖੀ ਗਈ ਹੈ। ਇੱਥੇ ਲੋਗੋ ਲਾ ਕੇ ਤੇ ਨਾਲ ਲਿਖਿਆ ਗਿਆ, ਖਬਰਾਂ ਹੋਣ ਜਾਂ ਭਾਸ਼ਣ, ਹਰ ਪਾਸੇ ਪੰਜਾਬ ਬਚਾਉਣਾ। ਪੰਜਾਬ ਬਚਾਉਣਾ ਹੀ ਸੁਣਾਈ ਦਿੰਦਾ ਹੈ। ਕੀ ਇਹ ਨਾਅਰਾ ਮਹਿਜ਼ ਜੁਮਲਾ ਬਣ ਕੇ ਤਾਂ ਨਹੀਂ ਰਹਿ ਜਾਵੇਗਾ? ਕਿਉਂਕਿ ਪੰਜਾਬ ਬਚਾਉਣਾ ਕਿਵੇਂ ਹੈ ਇਹ ਤਾਂ ਕੋਈ ਵੀ ਨਹੀਂ ਦੱਸ ਰਿਹਾ। ਗੁਰੂਆਂ ਦੀ ਵਰੋਸਾਈ ਹੋਈ ਇਹ 5 ਦਰਿਆਵਾਂ ਦੀ ਧਰਤੀ ਦੇ ਉੱਤੇ ਸਾਡੇ ਮੁੰਡੇ ਕੁੜੀਆਂ ਦਾ ਜੀ ਲੱਗਣੋਂ ਹਟ ਗਿਆ। ਪੋਸਟ ਦੇ ਵਿੱਚ ਅੱਗੇ ਇਹ ਗੱਲ ਕਹੀ ਗਈ ਹੈ ਕਿ ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਬੋਝ ਥੱਲੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਨੇ। ਸ਼ਾਨਾਮਤੀ ਇਤਿਹਾਸ ਵਾਲੇ ਲੋਕ ਨਸ਼ੇ, ਕਾਲੇ ਪੀਲੀਏ ਤੇ ਕੈਂਸਰ ਵਰਗੀਆਂ ਅਲਾਮਤਾਂ ਦੀ ਜਕੜ ਵਿੱਚ ਨੇ। ਪੰਜਾਬ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਇਸ ਵੇਲੇ ਕਰਜ਼ਾਈ ਹੋ ਚੁੱਕਿਆ। ਕਾਨੂੰਨ ਦੇ ਰਾਜ ਦੀ ਬਜਾਏ ਇੱਥੇ ਸੱਤਾ, ਧਨ ਤੇ ਬਾਹੂਬਲ ਦਾ ਬੇਹੱਦ ਬੋਲਬਾਲਾ ਹੋ ਚੁੱਕਿਆ। ਸਿਆਸੀ ਤਰ੍ਹਾਂ ਪੂਰੀ ਤਰ੍ਹਾਂ ਕਾਰਪੋਰੇਟ ਸੱਭਿਆਚਾਰ ਦੇ ਵਿੱਚ ਲਿਪਤ ਹੋ ਗਈਆਂ ਤੇ ਇਹਨਾਂ ਦਾ ਮਕਸਦ ਲੋਕਾਂ ਦੀ ਭਲਾਈ ਦੀ ਥਾਂ ਦੇ ਉੱਤੇ ਉਹਨਾਂ ਨੂੰ ਕੱਦੂਕਸ਼ ਕਰਨਾ, ਉਹਨਾਂ ਨੂੰ ਲੁੱਟਣ ਤੱਕ ਸੀਮਤ ਹੋ ਕੇ ਰਹਿ ਗਿਆ।
ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਵਾਇਤੀ ਪਾਰਟੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ, ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਲਈ, ਸਾਡੇ ਸੂਬੇ ਦੇ ਲੋਕਾਂ ਦੇ ਲਈ ਕੀ ਕੁਝ ਕੀਤਾ, ਇਹਦੇ ਬਾਰੇ ਮੈਨੂੰ ਵਿਸਥਾਰ ਦੇ ਵਿੱਚ ਜਾਣ ਦੀ ਲੋੜ ਨਹੀਂ। ਸਾਡੀ ਇੱਕ ਆਦਤ ਆ ਕਿ ਅਸੀਂ ਦੂਜੇ ਦੇ ਮੂੰਹ ਦੇ ਵਿੱਚੋਂ ਗੱਲ ਅਖਵਾਉਣੀ ਚਾਹੁੰਦੇ ਹੁੰਦੇ, ਪਤਾ ਬੇਸ਼ੱਕ ਸਾਨੂੰ ਵੀ ਉਸ ਗੱਲ ਦਾ ਹੋਵੇ। ਜਿਹੜੇ ਤਾਂ ਕਿਸੇ ਇੱਕ ਵਿਸ਼ੇਸ਼ ਪਾਰਟੀ ਦੇ ਰੰਗ ਦੇ ਵਿੱਚ ਰੰਗੇ ਆ, ਉਹਨਾਂ ਨੇ ਤਾਂ ਇਹੀ ਗੱਲ ਕਹਿਣੀ ਆ ਵੀ ਸਾਡੀ ਪਾਰਟੀ ਜਦੋਂ ਆ ਗਈ, ਜਦੋਂ ਸਾਡੀ ਪਾਰਟੀ ਹੁੰਦੀ ਆ ਉਹ ਕਮਾਲ ਕਰ ਦਿੰਦੀ ਹੈ, ਇਹ ਫਲਾਨੀ ਪਾਰਟੀ ਨੇ ਪੰਜਾਬ ਦਾ ਨੁਕਸਾਨ ਕੀਤਾ। ਪਰ ਕਦੇ ਇਹ ਸੋਚ ਕੇ ਦੇਖੋ ਵੀ ਜਿਹੜੀਆਂ ਵੀ ਪਾਰਟੀਆਂ ਨੂੰ ਤੁਸੀਂ ਅੱਜ ਤੱਕ ਜਿਤਾਇਆ, ਜਿਹੜੇ ਵੀ ਨੇਤਾਵਾਂ ਨੂੰ ਤੁਸੀਂ ਵੱਖ-ਵੱਖ ਕੁਰਸੀਆਂ ਤੇ ਬਿਠਾਇਆ, ਉਹਨਾਂ ਦੀ ਆਰਥਿਕ ਸਥਿਤੀ ਪਿਛਲੇ ਇੱਕ ਦਹਾਕੇ 'ਚ, ਡੇਢ ਦਹਾਕੇ 'ਚ, 2 ਦਹਾਕਿਆਂ ਦੇ ਵਿੱਚ ਕਿਹੋ ਜਿਹੀ ਹੈ, ਤੇ ਜਿਹੜੇ ਝੰਡੀ ਚੱਕ ਕੇ ਲਾਂਗੜ ਚੱਕ ਕੇ ਮਗਰ ਤੁਰਦੇ ਰਹੇ ਆ, ਉਹਨਾਂ ਦੀ ਆਰਥਿਕ ਸਥਿਤੀ ਅੱਜ ਕਿਹੋ ਜਿਹੀ ਆ। ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਗੱਲ ਜੁੜਦੀ, ਕਿਸੇ ਇੱਕ ਦੇ ਨਾਲ ਨਹੀਂ। ਮੈਂ ਕਹਿ ਰਿਹਾ ਜੀ ਕਿ ਫਲਾਨੀ ਪਾਰਟੀ ਦੇ ਨਾਲ ਤਾਂ ਇੱਦਾਂ ਦੀ ਗੱਲ ਵੱਧ ਜੁੜਦੀ ਆ, ਤਾਂ ਦੂਜੀ ਪਾਰਟੀ ਵੀ ਉਹੋ ਜਿਹੀ ਆ, ਉਹ ਵੀ ਰੱਤੀ ਭਰ ਪਿੱਛੇ ਨਹੀਂ। ਕਿਸੇ ਇੱਕ ਪਾਰਟੀ ਦਾ ਕੋਈ ਉਮੀਦਵਾਰ ਹੋਵੇ ਜਿਹੜਾ ਭੁੱਖਾ ਮਰਦਾ ਹੋਵੇ, ਜਿਹਦੇ ਘਰੇ ਰੋਟੀ ਨਾ ਪੱਕਦੀ ਹੋਵੇ, ਤੇ ਵੱਡੀ ਗਿਣਤੀ ਦੇ ਵਿੱਚ ਰੈਲੀਆਂ ਦੇ ਵਿੱਚ ਜਾਣ ਵਾਲੇ ਇਹੋ ਜਿਹੇ ਲੋਕ ਹਨ, ਜਾਂ ਉਹਨਾਂ ਦੇ ਵਿੱਚੋਂ ਕਿੰਨੇ ਫੀਸਦੀ ਹਨ ਜਿਹੜੇ ਕਰਜ਼ਦਾਰ ਨਾ ਹੋਣ। ਉਹ ਸਿਰਫ ਦਾਰੂ ਦੀ ਲੋਰ ਦੇ ਵਿੱਚ, ਜਾਂ ਆਪਾਂ ਕਹਿ ਰਹੀਏ ਕਿ ਸਾਨੂੰ ਮੁਫਤ ਦੇ ਵਿੱਚ ਲੈ ਜਾਵਾਂਗੇ ਤੁਹਾਨੂੰ ਤੇ ਮੁਫਤ ਦੇ ਵਿੱਚ ਛੱਡ ਜਾਵਾਂਗੇ, 2 ਡੰਗ ਦੀ ਰੋਟੀ ਦੇ ਦਿਆਂਗੇ, ਆਉਂਦੇ ਹੋਏ ਲਾਲ ਪਰੀ ਦੀਆਂ 4 ਘੁੱਟਾਂ ਦੇ ਦਿਆਂਗੇ, ਤੁਹਾਡੇ ਬਿਨਾਂ ਸਾਡਾ ਸਰਦਾ ਨਹੀਂ, ਤੁਹਾਡਾ ਥਾਣਿਆਂ ਦੇ ਵਿੱਚ ਫੋਨ ਕਰਕੇ ਬੰਦਾ ਛੁਡਵਾ ਦਿਆਂਗੇ, ਅਸੀਂ ਸਿੱਧਾ ਤੁਹਾਡੀ ਤਕਸੀਮ ਕਰਵਾ ਦਿਆਂਗੇ, ਅਸੀਂ ਤੁਹਾਡਾ ਇੰਤਕਾਲ ਛੇਤੀ ਕਰਵਾ ਦਿਆਂਗੇ, ਜੇਕਰ ਤੁਹਾਡਾ ਚਲਾਨ ਕੱਟਿਆ ਜਾਂਦਾ ਅਸੀਂ ਚਲਾਨ ਦੇ ਕੱਟੇ ਜਾਣ ਦੇ ਉੱਤੇ ਰੋਕ ਲਵਾ ਦਿਆਂਗੇ। ਸਾਡੇ ਮਸਲੇ ਤਾਂ ਆ ਰਹਿ ਗਏ। ਇਹਨਾਂ ਮਸਲਿਆਂ ਦੇ ਕਰਕੇ ਪੰਜਾਬ ਬਰਬਾਦੀ ਦੇ ਰਾਹ ਦੇ ਵੱਲ ਤੁਰਿਆ। ਅਸਲ ਮੁੱਦਿਆਂ ਦੇ ਵੱਲ ਨਾ ਆਮ ਲੋਕਾਂ ਨੇ ਖਿਆਲ ਕੀਤਾ, ਤੇ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ, ਤੇ ਨਾ ਕਦੇ ਨੇਤਾਵਾਂ ਦੇ ਵੱਲ ਖਿਆਲ ਹੋਇਆ, ਤੇ ਨਾ ਕਦੇ ਨੇਤਾਵਾਂ ਨੇ ਇਸ ਮਸਲਿਆਂ ਦੇ ਵੱਲ ਖਿਆਲ ਕੀਤਾ। ਸੋ ਜੂਝਦਾ ਪੰਜਾਬ ਜਥੇਬੰਦੀ, ਜਾਂ ਜਿਹੜੀਆਂ ਵੀ ਜਥੇਬੰਦੀਆਂ ਪੰਜਾਬ ਦੇ ਵਿੱਚ ਬਣ ਰਹੀਆਂ, ਉਹਨਾਂ ਦਾ ਸਵਾਗਤ ਕਰਨਾ ਬਣਦਾ। ਮੈਂ ਇਹ ਨਹੀਂ ਕਹਿੰਦਾ ਵੀ ਇਸ ਜਥੇਬੰਦੀ ਦੇ ਵੱਲੋਂ ਬਹੁਤ ਕੋਈ ਆਉਂਦੇ ਸਮੇਂ ਦੇ ਵਿੱਚ ਕਮਾਲ ਹੀ ਕੀਤੀ ਜਾਊਗੀ, ਪਰ ਸਵਾਲ ਤਾਂ ਹੋਣੇ ਚਾਹੀਦੇ ਆ। ਕੋਈ ਸਿਰ ਤੋਂ ਕੰਮ ਲੈਣ ਵਾਲਾ ਏਜੰਡਾ ਤਾਂ ਹੋਣਾ ਚਾਹੀਦਾ। ਤੇ ਪੰਜਾਬ ਦੇ ਵਿੱਚ ਨਸ਼ੇ ਕਿੰਨੇ ਵਧੇ ਆ, ਪੰਜਾਬ ਦੇ ਵਿੱਚ ਠੇਕੇ ਕਿੰਨੇ ਤੇ ਸਕੂਲ ਕਿੰਨੇ ਆ, ਠੇਕਿਆਂ ਦਾ ਪੱਧਰ ਕਿਹੋ ਜਿਹਾ ਤੇ ਸਕੂਲਾਂ ਦਾ ਪੱਧਰ ਕਿਹੋ ਜਿਹਾ, ਧਰਮ ਦੇ ਨਾਂ ਦੇ ਉੱਤੇ ਝੇੜੇ ਕਿਹੋ ਜਿਹੇ ਆ, ਗੁਰੂ ਨਾਨਕ ਸਾਹਿਬ ਜੀ ਦੇ ਪੰਜਾਬ ਦੇ ਵਿੱਚ ਇਸ ਧਰਤੀ ਦੇ ਉੱਤੇ ਕੀ ਹਾਲ ਬਣਿਆ ਪਿਆ ਧਰਮਾਂ ਦੇ ਨਾਂ ਦੇ ਉੱਤੇ ਪੰਜਾਬ ਦਾ। ਸਾਡੇ ਪਿੰਡਾਂ ਦੇ ਵਿੱਚ ਰੱਬ ਵਸਦਾ ਸੀ, ਅੱਜ ਰਾਜਨੀਤਿਕ ਲੋਕਾਂ ਨੇ ਕੀ ਤੋਂ ਕੀ ਬਣਾਤਾ। ਪੰਜਾਬ ਦੇ ਵਿੱਚ ਜੋ ਪੌਣੇ 5 ਸਾਲ ਪਹਿਲਾਂ ਵਾਅਦੇ ਹੋਏ, ਕੀ ਉਹ ਪੂਰੇ ਹੋਏ? ਉਸ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਆ, ਕੀ ਉਹ ਪੂਰੇ ਹੋਏ? ਤੇ ਜੇਕਰ ਹਾਲੇ ਵੀ ਅਸੀਂ ਉਹੀ ਕੁਝ ਕਰਨਾ, ਤੇ ਫਿਰ ਸਾਨੂੰ ਅੰਦੋਲਨ ਚਲਾਉਣ ਦੀ ਲੋੜ ਕੀ ਸੀ? ਸਵਾਲ ਇਹ ਵੀ ਹੈ। ਇੱਥੇ ਜੂਝਦਾ ਪੰਜਾਬ ਜਥੇਬੰਦੀ ਦੇ ਆਗੂਆਂ ਨੇ ਇਹ ਗੱਲ ਕਹੀ ਆ, ਮੋਹਤਬਰਾਂ ਨੇ, ਕਿ ਜੇਕਰ ਅੱਜ ਵੀ ਅਸੀਂ ਸਵਾਲ ਹੀ ਨਹੀਂ ਕਰਦੇ, ਤੇ ਫਿਰ ਅਸੀਂ ਬਾਰਡਰਾਂ ਦੇ ਉੱਤੇ ਬੈਠੇ ਕਿਹੜੀ ਗੱਲੋਂ ਸੀ? ਇਹ ਆਪਣੇ ਆਪ ਨੂੰ ਸਵਾਲ ਕਰੀਏ। ਸੋ ਬਹੁਤ ਵਧੀਆ ਗੱਲ ਆ, ਸਾਨੂੰ ਸਭ ਨੂੰ ਉੱਠਣਾ ਚਾਹੀਦਾ। ਜਿਨ੍ਹਾਂ ਨੂੰ ਵੋਟਾਂ ਪਾਈਆਂ, ਜਾਂ ਜਿਹੜੇ ਲੋਕ ਵੋਟਾਂ ਮੰਗਣ ਫੇਰ ਆਉਣ, ਉਹਨਾਂ ਨੂੰ ਸਵਾਲ ਤਿੱਖੇ ਕਰਨੇ ਚਾਹੀਦੇ ਆ। ਪੰਜਾਬ ਦੇ ਵਿੱਚ ਇਸ ਵਕਤ ਲੋਕਾਂ ਦੇ ਵਿੱਚ ਚੁੰਝ ਚਰਚਾ ਇਹੀ ਛਿੜੀ ਹੈ ਵੀ ਮੁੱਖ ਮੰਤਰੀ ਕੌਣ ਬਣੂ। ਹਾਲਾਂਕਿ ਮੇਰੇ ਲਈ ਇਹ ਕੋਈ ਬਹੁਤਾ ਵੱਡਾ ਵਿਸ਼ਾ ਇਸ ਕਰਕੇ ਨਹੀਂ, ਕਿਉਂਕਿ ਮੁੱਖ ਮੰਤਰੀ ਤਾਂ ਬਣਦੇ ਹੀ ਰਹਿੰਦੇ ਆ, ਪਰ ਆਪਣਾ ਕੁਝ ਨਹੀਂ ਬਣਿਆ। ਅਸੀਂ ਕਦੇ ਇਸ ਗੱਲ ਦੇ ਵੱਲ ਖਿਆਲ ਕੀਤਾ ਹੀ ਨਹੀਂ। ਅਸੀਂ ਸਵਾਦ ਲੈਂਦੇ ਆ ਕਿ ਫਲਾਣਾ ਮੁੱਖ ਮੰਤਰੀ ਬਣ ਜੂ। ਜਿਹੜੇ ਬਣੇ ਆ ਉਹਨਾਂ ਨੇ ਅੱਜ ਤੱਕ ਕੀ ਕੱਦੂ 'ਚ ਤੀਰ ਮਾਰਤਾ, ਪਹਿਲਾਂ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਲੰਘੇ ਕੱਲ੍ਹ ਕੁਝ ਮੋਹਤਬਰ ਸ਼ਖਸੀਅਤਾਂ ਨੂੰ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਕਰ ਲਿਆ। ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਪੂਰਾ ਤਾਣ ਲਾਇਆ ਜਾ ਰਿਹਾ ਵੀ ਅਸੀਂ ਟੱਕਰ ਵੀ ਦੇਣੀ ਹੈ ਤੇ ਸਰਕਾਰ ਵੀ ਪੰਜਾਬ 'ਚ ਬਣਾਉਣੀ ਹੈ। ਕਿਸਾਨ ਜਥੇਬੰਦੀਆਂ ਦੇ ਮਤਭੇਦ ਇਸ ਮਾਮਲੇ ਦੇ ਉੱਤੇ ਹੈਗੇ, ਇੱਕ ਮਤ ਨਹੀਂ। ਕੋਈ ਜਥੇਬੰਦੀ ਕਹਿੰਦੀ ਜੀ ਸਾਨੂੰ ਕਿਸੇ ਪਾਰਟੀ ਨਾਲ ਜੁੜ ਜਾਣਾ ਚਾਹੀਦਾ, ਕੋਈ ਜਥੇਬੰਦੀ ਕਹਿੰਦੀ ਆ ਆਪਣੀ ਧਿਰ ਬਣਾਉਣੀ ਚਾਹੀਦੀ ਹੈ, ਚੜੂਨੀ ਸਾਹਿਬ ਦੇ ਆਪਣੇ ਵਿਚਾਰ ਆ ਤੇ ਉਗਰਾਹਾਂ ਸਾਹਿਬ ਦੇ ਆਪਣੇ ਵਿਚਾਰ ਆ। ਸੋ ਇੱਥੇ ਵੀ ਇੱਕ ਮਤ ਨਹੀਂ। ਸੋ ਉਧਰ ਕਾਂਗਰਸ ਆ ਜਿਹੜੀ ਉਹ ਪਾਟੋ ਧਾੜ ਦੀ ਸ਼ਿਕਾਰ ਹੋਈ ਜਾਂਦੀ ਆ। ਜ਼ਿਲ੍ਹਾ ਪ੍ਰਧਾਨਾਂ ਦੇ ਮਾਮਲੇ ਦੇ ਉੱਤੇ ਰੌਲਾ ਪੈ ਗਿਆ। ਚੋਣ ਕਮੇਟੀ ਦੇ ਚੇਅਰਮੈਨ ਆ ਜਿਹੜੇ ਮੁਖੀ ਆ ਜਿਹੜੇ ਉਹ ਬਣਾ ਦਿੱਤੇ ਗਏ ਆ। ਇੱਥੇ ਨਵਜੋਤ ਸਿੰਘ ਸਿੱਧੂ ਹੋਰੀ, ਅਕਾਲੀ ਦਲ ਦੇ ਮੂਹਰੇ ਵੀ ਚੁਣੌਤੀਆਂ ਦਾ ਪਹਾੜ ਆ, ਤੇ ਹੋਰ ਵੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਕੋਲੇ CM ਕੈਂਡੀਡੇਟ ਕੋਈ ਨਹੀਂ, ਤੇ ਉਹਨਾਂ ਦੀ ਹਾਲਤ ਹਾਲੇ ਮੈਨੂੰ ਨਿੱਜੀ ਤੌਰ ਦੇ ਉੱਤੇ ਬਹੁਤੀ ਮਜ਼ਬੂਤ ਨਹੀਂ ਲੱਗਦੀ। ਪਰ ਸਾਡੀਆਂ ਜ਼ਿੰਮੇਵਾਰੀਆਂ ਕੀ ਆ ਇਸ ਵਕਤ, ਇਹ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਕਿ ਅਸੀਂ ਪਹਿਲਾਂ ਵਾਂਗ ਹੀ ਸਾਰਾ ਕੁਝ ਕਰਦੇ ਰਹਾਂਗੇ। ਇਹ ਕਿਹੜੇ ਕਾਰਨ ਆ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆਉਂਦੇ ਆ, ਪਰ ਕਿਹੜੀ ਸਟ੍ਰੈਟਜੀ ਦਾ ਹਿੱਸਾ ਕਿ CM ਕੈਂਡੀਡੇਟ ਹੈ ਨਹੀਂ? ਜਿਨ੍ਹਾਂ ਨੂੰ ਹੁਣ ਤੱਕ ਉਮੀਦਵਾਰ ਐਲਾਨਿਆ, ਕੀ ਉਹ ਆਪਣੀ ਸੀਟ ਕੱਢਣ ਦੇ ਸਮਰੱਥ ਹੈਗੇ ਆ? ਕੀ ਆਮ ਆਦਮੀ ਪਾਰਟੀ ਦੇ ਕੋਲੇ 2017 ਜਾਂ 2019 ਵਾਲੇ ਵਸੀਲੇ ਹੈਗੇ ਆ? ਸੋ ਆਉਂਦੇ ਸਮੇਂ ਦੇ ਵਿੱਚ ਪੰਜਾਬ ਦਾ ਕੀ ਬਣੂ, ਸਾਨੂੰ ਸਿਰ ਜੋੜ ਕੇ ਇਹਦੇ ਬਾਰੇ ਵਿਚਾਰਾਂ ਕਰਨੀਆਂ ਚਾਹੀਦੀਆਂ। ਹੁਣ ਰੁਪਈਏ ਵੀ ਕਈ ਲੋਕ ਦੇਣਗੇ ਅੰਦਰ ਖਾਤੇ, ਹੋ ਸਕਦਾ 2-2 3-3 ਪਾਰਟੀਆਂ ਨੂੰ ਦੇ ਦੇਣ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਤਾਂ ਆਊਗੀ, ਜਿਹੜੀ ਵੀ ਆਈ ਆਪਣਾ ਕਾਰੋਬਾਰ ਉਦੋਂ ਵਧੂ ਫੁੱਲੂਗਾ। ਸੋ ਜੇ ਤਾਂ ਅਸੀਂ ਆਪਣੇ ਨਿੱਜੀ ਮਸਲੇ ਤੱਕ ਮਹਿਦੂਦ ਰਹਿਣਾ, ਫਿਰ ਤਾਂ ਪੰਜਾਬ ਦਾ ਵਿੱਚ ਬਹੁਤ ਵਧੀਆ ਕਮਾਲ ਹੀ ਹੋਈ ਪਈ ਆ। ਤੇ ਜੇਕਰ ਭਾਈ ਅਸੀਂ ਸਿਰ ਤੋਂ ਕੰਮ ਲੈਂਦੇ ਆ, ਸਾਨੂੰ ਇਹ ਲੱਗਦਾ ਵੀ ਆਉਂਦੀਆਂ ਨਸਲਾਂ ਦਾ ਕੀ ਬਣੂ, ਪੰਜਾਬ ਦੇ ਵਿੱਚ ਰਹੂ ਕੌਣ, ਪੰਜਾਬ ਖਾਲੀ ਕਿਉਂ ਹੋ ਰਿਹਾ,
ਕਾਲਜ ਵਿਹਲੇ ਕਿਉਂ ਹੋ ਰਹੇ ਆ, ਕਿਸਾਨ ਫਾਹੇ ਕਿਉਂ ਲੈ ਰਹੇ ਆ, ਅੰਦੋਲਨ ਕਰਨੇ ਕਿਉਂ ਪੈ ਰਹੇ ਆ, ਵਪਾਰੀ ਟੁੱਟਦੇ ਕਿਉਂ ਜਾਂਦੇ ਆ, ਉਦਯੋਗ ਸ਼ਿਫਟ ਕਿਉਂ ਹੁੰਦੇ ਜਾਂਦੇ ਆ ਵੱਖ-ਵੱਖ ਥਾਵਾਂ ਦੇ ਉੱਤੇ। ਤੇ ਫਿਰ ਸਾਨੂੰ ਸੋਚਣਾ ਵਿਚਾਰਨਾ ਪੈਣਾ ਕਿ ਪੰਜਾਬ ਦੀ ਇਸ ਹਾਲਤ ਦੇ ਲਈ ਜ਼ਿੰਮੇਵਾਰ ਕੌਣ ਆ। ਇਹਦੇ ਲਈ ਜ਼ਿੰਮੇਵਾਰ ਅਸੀਂ ਵੀ ਹਾਂ। ਪਰ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਲੀਡਰ ਤੁਹਾਡੇ ਪਿੰਡਾਂ, ਘਰਾਂ, ਸ਼ਹਿਰਾਂ, ਕਸਬਿਆਂ, ਨਗਰ ਖੇੜਿਆਂ ਦੇ ਵੱਲ ਆਉਣਗੇ, ਘੂਕਾਂ ਪਾਉਂਦੀਆਂ ਗੱਡੀਆਂ ਦੇ ਵਿੱਚ ਵੀ ਆਉਣਗੇ, ਹੱਥ ਜੋੜ ਕੇ ਵੀ ਆਉਣਗੇ, ਪੈਰੀਂ ਹੱਥ ਵੀ ਲਾਉਣਗੇ। ਹੋ ਸਕਦਾ ਤੁਹਾਡੇ ਨਿਆਣੇ ਨਿੱਕੇ ਚੁੱਕ ਕੇ ਗੋਦੀ ਖਿਡਾਉਣ ਵੀ, ਹੋ ਸਕਦਾ ਪੀਂਘੇ ਦੇ ਵਿੱਚ ਝੂਟੇ ਵੀ ਦੇਣ ਉਹਨਾਂ ਨੂੰ। ਪਰ ਸਵਾਲ ਜ਼ਰੂਰ ਕਰਿਓ ਵੀ ਤੁਸੀਂ ਤਾਂ ਪੀਂਘਾਂ ਬਹੁਤ ਝੂਟੀਆਂ, ਤਰੱਕੀ ਦੀਆਂ ਵੀ, ਪੈਸੇ ਦੀਆਂ ਵੀ, ਬਹੁਤ ਕੁਝ ਖੱਟ ਲਿਆ, ਸਾਨੂੰ ਕੀ ਮਿਲਿਆ, ਅਸੀਂ ਕੀ ਖੱਟਿਆ, ਪੰਜਾਬ ਨੇ ਕੀ ਖੱਟਿਆ। ਸਵਾਲ ਕਰਾਂਗੇ, ਕੋਈ ਨਾ ਕੋਈ ਸ਼ਾਇਦ ਚੱਜ ਦਾ ਉੱਤਰ ਵੀ ਮਿਲੇ। ਪਰ ਸਵਾਲ ਕਰਨ ਦੇ ਲਈ ਸਾਡੇ ਕੋਲ ਸ਼ਬਦ ਹੋਣੇ ਚਾਹੀਦੇ ਆ, ਸਾਡੇ ਕੋਲ ਤਰਕ ਹੋਣਾ ਚਾਹੀਦਾ, ਤਹਿਜ਼ੀਬ ਹੋਣੀ ਚਾਹੀਦੀ ਹੈ ਅਤੇ ਗਿਆਨ ਦਾ ਭੰਡਾਰ ਹੋਣਾ ਚਾਹੀਦਾ। ਨਿੱਕੇ ਨਿੱਕੇ ਸਵਾਰਥ ਨਹੀਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।